ਮੈਂ ਆਪਣੇ ਮਾਂ-ਬਾਪ ਦੀ ਇਕੱਲੀ ਬੇਟੀ ਸੀ। ਪਰਮਾਤਮਾ ਨੇ ਸਾਨੂੰ ਸਭ ਕੁਝ ਦਿੱਤਾ ਸੀ। ਸਾਡਾ ਕੱਪੜੇ ਦਾ ਬਹੁਤ ਵੱਡਾ ਕਾਰੋਬਾਰ ਸੀ। ਸਾਡੀਆਂ ਕਈ ਫੈਕਟਰੀਆਂ ਚੱਲਦੀਆਂ ਸੀ। ਮੇਰੇ ਪਾਪਾ ਦੇ ਕੋਈ ਬੇਟਾ ਨਹੀਂ ਸੀ। ਇਸ ਲਈ ਮੈਂ ਆਪਣੇ ਪਾਪਾ ਦੇ ਨਾਲ ਖੁਦ ਹੀ ਕੰਮ ਵਿੱਚ ਹੱਥ ਵਟਾਉਣ ਲੱਗੀ। ਮੇਰੇ ਹੱਥਾਂ ਵਿੱਚ ਬਹੁਤ ਬਰਕਤ ਸੀ। ਮੈਂ ਜਿਸ ਚੀਜ਼ 'ਤੇ ਹੱਥ ਰੱਖਦੀ, ਉਹ ਕਾਰੋਬਾਰ ਵਿੱਚ ਤਰੱਕੀ ਹੀ ਤਰੱਕੀ ਹੁੰਦੀ ਜਾਂਦੀ। ਮੇਰੇ ਪਾਪਾ ਨੇ ਮੇਰਾ ਕੰਮ ਤੇ ਮੇਰੀ ਕਿਸਮਤ ਨੂੰ ਦੇਖਦੇ ਹੋਏ ਸਾਰਾ ਕਾਰੋਬਾਰ ਮੇਰੇ ਹਵਾਲੇ ਕਰ ਦਿੱਤਾ। ਨਾਲੇ ਉਹਨਾਂ ਦੀ ਉਮਰ ਵੀ ਹੋ ਗਈ ਸੀ। ਉਹ ਖੁਦ ਆਰਾਮ ਕਰਨ ਲਈ ਘਰ ਵਿੱਚ ਹੀ ਰਹਿਣ ਲੱਗੇ। ਮੈਨੂੰ ਕਾਰੋਬਾਰ ਸੰਭਾਲਦੇ ਹੋਏ 1 ਸਾਲ ਹੀ ਹੋਇਆ ਸੀ ਕਿ ਮੇਰੇ ਮੰਮੀ ਪਾਪਾ ਦੀ ਕਾਰ ਐਕਸੀਡੈਂਟ ਵਿੱਚ ਮੌਤ ਹੋ ਗਈ। ਮੇਰੇ ਪਾਪਾ ਨੇ ਜਾਂਦੇ ਜਾਂਦੇ ਮੈਨੂੰ ਇੰਨਾ ਸਭ ਕੁਝ ਸਿਖਾ ਦਿੱਤਾ ਸੀ ਕਿ ਹੁਣ ਮੈਂ ਇਕੱਲੀ ਆਪਣਾ ਕਾਰੋਬਾਰ ਸੰਭਾਲ ਸਕਦੀ ਸੀ। ਪਰ ਮਾਂ-ਬਾਪ ਦੇ ਗੁਜ਼ਰਨ ਤੋਂ ਬਾਅਦ ਮੈਂ ਬਹੁਤ ਇਕੱਲੀ ਹੋ ਗਈ ਸੀ। ਫਿਰ ਮੈਂ ਇਕੱਲੇਪਨ ਤੋਂ ਬਚਣ ਲਈ ਸਾਰਾ ਦਿਨ ਦਫ਼ਤਰ ਫੈਕਟਰੀਆਂ ਵਿੱਚ ਹੀ ਕੱਢ ਦਿੰਦੀ। ਇੱਕ ਦਿਨ ਮੈਂ ਫੈਕਟਰੀਆਂ ਵਿੱਚ ਹੀ ਘੁੰਮ ਰਹੀ ਸੀ ਤਾਂ ਇੱਕ ਫੈਕਟਰੀ ਵਰਕਰ ਮੇਰੇ ਨਾਲ ਟਕਰਾ ਗਿਆ। ਉਹ ਪਿਛਲੇ 4 ਸਾਲਾਂ ਤੋਂ ਸਾਡੀ ਫੈਕਟਰੀ ਵਿੱਚ ਇੰਚਾਰਜ ਦੇ ਤੌਰ 'ਤੇ ਕੰਮ ਕਰ ਰਿਹਾ ਸੀ। ਉਹ ਮੈਨੂੰ ਪਹਿਲੀ ਨਜ਼ਰ ਵਿੱਚ ਹੀ ਪਸੰਦ ਆਇਆ ਤੇ ਮੈਂ ਉਸ ਨੂੰ ਹਰ ਰੋਜ਼ ਬੁਲਾਉਣ ਲੱਗੀ। ਮੈਂ ਉਸ ਨੂੰ ਬਹਾਨੇ ਨਾਲ ਆਪਣੇ ਦਫ਼ਤਰ ਵਿੱਚ ਬੁਲਾਇਆ ਤੇ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਸੌਂਪ ਦਿੱਤੀਆਂ। ਹੌਲੀ-ਹੌਲੀ ਮੈਂ ਉਸ ਨੂੰ ਆਪਣਾ ਅਸਿਸਟੈਂਟ ਬਣਾ ਲਿਆ ਤੇ ਸਾਰੀਆਂ ਜ਼ਿੰਮੇਵਾਰੀਆਂ ਉਸ ਉੱਪਰ ਹੀ ਛੱਡ ਦਿੱਤੀਆਂ। ਹੁਣ ਉਹ ਸਾਰਾ ਦਿਨ ਮੇਰੇ ਨਾਲ ਰਹਿੰਦਾ। ਉਹ ਮੇਰੇ ਨਾਲ ਬਹੁਤ ਵਧੀਆ ਵਰਤਾਵ ਕਰਦਾ, ਮੇਰਾ ਖਿਆਲ ਰੱਖਦਾ, ਮੇਰੀ ਇੱਜ਼ਤ ਕਰਦਾ। ਇਹ ਸਭ ਮੈਨੂੰ ਬਹੁਤ ਚੰਗਾ ਲੱਗਦਾ ਸੀ। ਸਾਨੂੰ ਇਸ ਤਰ੍ਹਾਂ ਇਕੱਠਿਆਂ ਰਹਿੰਦਿਆਂ 1 ਸਾਲ ਲੰਘ ਗਿਆ। ਫਿਰ ਮੈਂ ਸੋਚਿਆ ਕਿਉਂ ਨਾ ਮੈਂ ਇਸ ਨਾਲ ਵਿਆਹ ਕਰਵਾ ਲਵਾਂ। ਇੱਕ ਦਿਨ ਮੈਂ ਉਸ ਨੂੰ ਪੁੱਛ ਹੀ ਲਿਆ ਕਿ ਤੂੰ ਮੇਰੇ ਨਾਲ ਵਿਆਹ ਕਰਵਾਵੇਂਗਾ। ਪਹਿਲਾਂ ਤਾਂ ਉਹ ਮੈਨੂੰ ਦੇਖ ਕੇ ਹੈਰਾਨ ਹੋ ਗਿਆ। ਫਿਰ ਉਸਨੇ ਮੇਰੇ ਤੋਂ ਥੋੜਾ ਸਮਾਂ ਮੰਗਿਆ ਤੇ ਕਿਹਾ, ਮੈਂ ਆਪਣੇ ਘਰ ਵਾਲਿਆਂ ਨਾਲ ਗੱਲ ਕਰਕੇ ਤੁਹਾਨੂੰ ਦੱਸਾਂਗਾ, ਕਿਉਂਕਿ ਮੈਂ ਆਪਣੇ ਘਰਦਿਆਂ ਦੀ ਮਰਜ਼ੀ ਨਾਲ ਹੀ ਵਿਆਹ ਕਰਵਾਉਣਾ। ਮੇਰੇ ਮਾਂ-ਬਾਪ ਨਹੀਂ ਹੈ ਤੇ ਮੇਰੇ 2 ਭੈਣਾਂ ਤੇ 1 ਭਰਾ ਹੈ। ਉਹਨਾਂ ਨੂੰ ਪੁੱਛ ਕੇ ਤੁਹਾਨੂੰ ਦੱਸਾਂਗਾ। ਮੈਂ ਉਸ ਦੇ ਅੱਗੇ ਇੱਕ ਸ਼ਰਤ ਰੱਖੀ ਕਿ ਮੈਂ ਵਿਆਹ ਕਰਕੇ ਉਸ ਦੇ ਘਰ ਨਹੀਂ ਜਾਵਾਂਗੀ, ਸਗੋਂ ਉਹ ਮੇਰੇ ਘਰ ਰਹੇਗਾ ਤੇ ਮੈਂ ਉਸ ਦੇ ਘਰ ਵਾਲਿਆਂ ਨਾਲ ਕੋਈ ਨੇੜਤਾ ਨਹੀਂ ਰੱਖਣੀ ਤੇ ਨਾ ਹੀ ਉਸ ਦੇ ਘਰ ਵਾਲੇ ਮੈਨੂੰ ਮਿਲਣਗੇ ਤੇ ਸਾਡੇ ਵਿਆਹ ਤੇ ਵੀ ਨਹੀਂ ਆਉਣਗੇ, ਕਿਉਂਕਿ ਮੈਂ ਜਾਣਦੀ ਸੀ ਕਿ ਉਸ ਦੀ ਤੇ ਮੇਰੀ ਕਲਾਸ ਵਿੱਚ ਬਹੁਤ ਫਰਕ ਆ। ਮੈਂ ਨਹੀਂ ਚਾਹੁੰਦੀ ਸੀ ਕਿ ਉਹ ਮੇਰੀ ਦੌਲਤ ਦੇ ਲਾਲਚ ਵਿੱਚ ਆ ਜਾਣ। ਉਸ ਨੇ ਮੇਰੇ ਤੋਂ 2 ਹਫ਼ਤਿਆਂ ਦਾ ਵਕਤ ਮੰਗਿਆ, ਪਰ ਮੈਨੂੰ ਭਰੋਸਾ ਸੀ ਕਿ ਉਹ ਮੈਨੂੰ ਵਿਆਹ ਲਈ ਮਨਾ ਨਹੀਂ ਕਰੇਗਾ, ਕਿਉਂਕਿ ਜਿੰਨਾ ਪਿਆਰ ਮੈਂ ਉਸ ਨੂੰ ਕਰਨ ਲੱਗੀ ਸੀ, ਉਹ ਵੀ ਮੈਨੂੰ ਓਨਾ ਹੀ ਪਿਆਰ ਕਰਦਾ ਸੀ। ਫਿਰ 2 ਹਫ਼ਤਿਆਂ ਬਾਅਦ ਉਸ ਨੇ ਮੈਨੂੰ ਦੱਸਿਆ ਕਿ ਉਸ ਦੀ ਭੈਣ ਵਿਆਹ ਲਈ ਮੰਨ ਗਈ ਹੈ। ਫਿਰ ਸਾਡਾ ਵਿਆਹ ਸਾਦਗੀ ਨਾਲ ਹੋ ਗਿਆ। ਅਸੀਂ ਆਪਣੇ ਵਿਆਹ ਬਾਰੇ ਜ਼ਿਆਦਾ ਲੋਕਾਂ ਨੂੰ ਨਹੀਂ ਦੱਸਿਆ, ਕਿਉਂਕਿ ਮੇਰਾ ਪਤੀ ਮੇਰਾ ਹੀ ਅਸਿਸਟੈਂਟ ਸੀ ਤੇ ਮੈਂ ਨਹੀਂ ਚਾਹੁੰਦੀ ਸੀ ਕਿ ਕੋਈ ਮੇਰੀ ਫੈਕਟਰੀ ਵਿੱਚ ਕਿਸੇ ਕਿਸਮ ਦੀ ਮੇਰੇ ਬਾਰੇ ਕੋਈ ਗੱਲ ਹੋਵੇ। ਵਿਆਹ ਵਾਲੀ ਰਾਤ ਮੇਰਾ ਪਤੀ ਜਦੋਂ ਮੇਰੇ ਕਮਰੇ ਵਿੱਚ ਆਇਆ ਤਾਂ ਉਹ ਬਹੁਤ ਖੁਸ਼ ਸੀ ਤੇ ਮੈਂ ਵੀ ਬਹੁਤ ਖੁਸ਼ ਸੀ। ਫਿਰ ਉਸਨੇ ਗੱਲਾਂ-ਗੱਲਾਂ ਵਿੱਚ ਮੈਨੂੰ ਕਿਹਾ, ਮੈਂ ਤੈਨੂੰ ਆਪਣੀ ਜ਼ਿੰਦਗੀ ਦਾ ਇੱਕ ਸੱਚ ਦੱਸਣਾ ਚਾਹੁੰਦਾ ਹਾਂ। ਤੂੰ ਮੇਰੇ ਨਾਲ ਨਾਰਾਜ਼ ਤਾਂ ਨਹੀਂ ਹੋਵੇਂਗੀ? ਮੈਂ ਉਸ ਨੂੰ ਬਹੁਤ ਪਿਆਰ ਕਰਦੀ ਸੀ। ਮੈਂ ਉਸ ਨੂੰ ਕਿਹਾ, ਬਿਲਕੁਲ ਵੀ ਨਹੀਂ। ਪਰ ਜਦੋਂ ਉਸਨੇ ਸੱਚ ਮੇਰੇ ਸਾਹਮਣੇ ਰੱਖਿਆ ਤਾਂ ਮੇਰੀਆਂ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਹੀ ਰਹਿ ਗਈਆਂ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਨੂੰ ਕੀ ਕਰਨਾ ਚਾਹੀਦਾ, ਕਿਉਂਕਿ ਉਸ ਦਾ ਸੱਚ ਮੇਰੀ ਪੂਰੀ ਜ਼ਿੰਦਗੀ ਪਲਟ ਕੇ ਰੱਖ ਦੇਣ ਵਾਲਾ ਸੀ। ਮੈਨੂੰ ਉਸਨੇ ਦੱਸਿਆ ਕਿ ਮੈਂ ਇੱਕ ਨਾਮਰਦ ਹਾਂ। ਮੈਂ ਤੈਨੂੰ ਜ਼ਿੰਦਗੀ ਵਿੱਚ ਕਦੇ ਵੀ ਬੱਚਾ ਨਹੀਂ ਦੇ ਸਕਦਾ। ਮੈਂ ਸੁਣ ਕੇ ਨਾਰਾਜ਼ ਹੋ ਗਈ, ਪਰ ਮੈਂ ਉਸ ਨੂੰ ਛੱਡ ਨਹੀਂ ਸਕਦੀ ਸੀ, ਕਿਉਂਕਿ ਮੈਂ ਉਸ ਨੂੰ ਪਿਆਰ ਕਰਦੀ ਸੀ। ਨਾਰਾਜ਼ ਮੈਂ ਇਸ ਕਰਕੇ ਹੋਈ ਕਿਉਂਕਿ ਉਸਨੇ ਵਿਆਹ ਤੋਂ ਪਹਿਲਾਂ ਇਹ ਸਭ ਨਹੀਂ ਦੱਸਿਆ ਸੀ। ਉਹ ਕਹਿਣ ਲੱਗਿਆ, ਮੈਂ ਤੈਨੂੰ ਬਹੁਤ ਪਿਆਰ ਕਰਦਾ ਹਾਂ। ਜੇ ਪਹਿਲਾਂ ਦੱਸ ਦਿੰਦਾ ਤਾਂ ਸ਼ਾਇਦ ਤੂੰ ਮੇਰੇ ਨਾਲ ਵਿਆਹ ਨਾ ਕਰਵਾਉਂਦੀ। ਇਸ ਤਰ੍ਹਾਂ ਸਾਡੀ ਸ਼ਾਦੀशुदा ਜ਼ਿੰਦਗੀ ਬਿਨਾਂ ਰਿਸ਼ਤਾ ਬਣਾਏ ਚੱਲ ਪਈ। ਮੇਰੇ ਮਾਂ-ਬਾਪ ਦੇ ਜਾਣ ਤੋਂ ਬਾਅਦ ਉਸਨੇ ਮੈਨੂੰ ਉਹਨਾਂ ਦੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ। ਸਾਡੇ ਵਿਆਹ ਨੂੰ 1 ਸਾਲ ਹੋ ਗਿਆ। ਇੱਕ ਦਿਨ ਮੈਂ ਕਮਲ ਨੂੰ ਕਿਹਾ, ਆਪਾਂ ਕੋਈ ਬੱਚਾ ਗੋਦ ਲੈ ਲੈਂਦੇ ਹਾਂ।
ਉਸ ਨਾਲ ਆਪਣੀ ਜ਼ਿੰਦਗੀ ਵਿੱਚ ਖੁਸ਼ੀਆਂ ਆ ਜਾਣਗੀਆਂ। ਲੇਕਿਨ ਕਮਲ ਨੇ ਮੈਨੂੰ ਹਮੇਸ਼ਾ ਇਹ ਕਿਹਾ ਕਿ ਮਨਾ ਕਰ ਦਿੱਤਾ ਕਿ ਆਪਾਂ ਕਿਸੇ ਦੇ ਬੱਚੇ ਨੂੰ ਗੋਦ ਨਹੀਂ ਲੈ ਸਕਦੇ। ਮੈਂ ਕਮਲ ਦੇ ਫੈਸਲੇ ਦੇ ਅੱਗੇ ਹਾਰ ਮੰਨ ਜਾਂਦੀ। ਹੁਣ ਮੇਰਾ ਸਾਰਾ ਕਾਰੋਬਾਰ ਕਮਲ ਦੇਖਣ ਲੱਗਾ ਸੀ। ਮੈਂ ਕਾਫੀ ਪ੍ਰਾਪਰਟੀ ਕਮਲ ਦੇ ਨਾਮ ਵੀ ਕਰ ਦਿੱਤੀ ਸੀ। ਮੇਰੀ ਜ਼ਿੰਦਗੀ ਵਿੱਚ ਸਭ ਤੋਂ ਨੇੜੇ ਮੇਰੇ ਉਹੀ ਸੀ। ਕਦੇ-ਕਦੇ ਮੈਨੂੰ ਮੇਰੀ ਜ਼ਿੰਦਗੀ ਵਿੱਚ ਬੱਚੇ ਦੀ ਕਮੀ ਇਸ ਕਦਰ ਮਹਿਸੂਸ ਹੁੰਦੀ ਕਿ ਮੈਂ ਰੋਣ ਲੱਗ ਜਾਂਦੀ। ਕਮਲ ਮੇਰਾ ਰੋਣਾ ਦੇਖ ਕੇ ਪਰੇਸ਼ਾਨ ਹੋ ਜਾਂਦਾ ਤੇ ਮੈਨੂੰ ਤਸੱਲੀ ਦਿੰਦਾ ਕਿ ਜੇ ਰੱਬ ਨੇ ਚਾਹਿਆ ਤਾਂ ਆਪਣੀ ਕਿਸਮਤ ਵਿੱਚ ਵੀ ਔਲਾਦ ਜ਼ਰੂਰ ਆਵੇਗੀ। ਉਸ ਦੀ ਇਹ ਗੱਲ ਸੁਣ ਕੇ ਮੈਂ ਸਬਰ ਕਰ ਲੈਂਦੀ। ਇੱਕ ਦਿਨ ਕਮਲ ਨੇ ਮੈਨੂੰ ਦੱਸਿਆ ਕਿ ਉਸ ਦੀ ਭੈਣ ਦਾ ਪਤੀ ਮਰ ਚੁੱਕਿਆ ਤੇ ਉਸ ਦੀ ਭੈਣ ਦੀ ਹਾਲਤ ਬਹੁਤ ਖਰਾਬ ਹੈ। ਉਹ ਮੁਸ਼ਕਿਲ ਨਾਲ ਆਪਣੇ ਬੱਚੇ ਨੂੰ ਪਾਲ ਰਹੀ ਹੈ। ਮੈਂ ਉਸ ਨੂੰ ਕਿਹਾ ਆਪਾਂ ਦੀਦੀ ਦੀ ਮਦਦ ਕਰ ਸਕਦੇ ਹਾਂ। ਦੀਦੀ ਨੂੰ ਜੋ ਚਾਹੀਦਾ ਉਸ ਨੂੰ ਦੇ ਦੇਵੋ। ਕਮਲ ਨੇ ਮੈਨੂੰ ਕਿਹਾ ਜੇ ਆਪਾਂ ਉਸ ਦਾ ਬੱਚਾ ਗੋਦ ਲੈ ਲਈਏ ਤਾਂ ਉਸ ਦੀ ਮਦਦ ਹੋ ਸਕਦੀ ਤੇ ਆਪਾਂ ਵੀ ਬੇਔਲਾਦ ਨਹੀਂ ਰਹਾਂਗੇ ਤੇ ਮੇਰੀ ਭੈਣ ਨੂੰ ਆਪਾਂ ਇਸ ਘਰ ਦੇ ਇੱਕ ਕੋਨੇ ਵਿੱਚ ਜਗ੍ਹਾ ਦੇ ਦੇਵਾਂਗੇ। ਉਹ ਆਪਣੀ ਸੇਵਾ ਕਰੂਗੀ। ਬੱਚੇ ਦਾ ਨਾਮ ਸੁਣ ਕੇ ਤਾਂ ਮੇਰੇ ਅੰਦਰ ਜਿਵੇਂ ਨਵੀਂ ਜ਼ਿੰਦਗੀ ਨੇ ਜਨਮ ਲੈ ਲਿਆ ਸੀ। ਮੈਂ ਝੱਟ ਹਾਂ ਕਰ ਦਿੱਤੀ। ਮੇਰਾ ਘਰ ਬਹੁਤ ਵੱਡਾ ਸੀ। ਮੈਂ ਉਸ ਦੀ ਭੈਣ ਨੂੰ ਰਹਿਣ ਲਈ ਵੀ ਹਾਂ ਕਰ ਦਿੱਤੀ। ਕਮਲ ਆਪਣੀ ਭੈਣ ਤੇ ਭਾਂਜੇ ਨੂੰ ਘਰ ਲੈ ਕੇ ਆ ਗਿਆ। ਘਰ ਆਉਂਦੇ ਹੀ ਉਸ ਦੀ ਭੈਣ ਨੇ ਆਪਣਾ ਬੱਚਾ ਮੇਰੀ ਗੋਦੀ ਵਿੱਚ ਰੱਖ ਦਿੱਤਾ ਤੇ ਕਿਹਾ ਇਸ ਦਾ ਨਾਮ ਵੀ ਤੁਸੀਂ ਖੁਦ ਹੀ ਰੱਖਣਾ। ਇਹ ਸੁਣ ਕੇ ਤਾਂ ਮੇਰੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਰਿਹਾ। ਮੈਂ ਬੱਚੇ ਦਾ ਨਾਮ ਰੱਖ ਲਿਆ। ਬੱਚਾ ਬਹੁਤ ਹੀ ਖੂਬਸੂਰਤ ਸੀ ਤੇ ਬੱਚਾ ਥੋੜਾ ਕਮਲ ਜਿਹਾ ਲੱਗਦਾ ਸੀ। ਮੈਂ ਜਦੋਂ ਵੀ ਉਸ ਨੂੰ ਗੌਰ ਨਾਲ ਦੇਖਦੀ ਤਾਂ ਮੈਨੂੰ ਲੱਗਦਾ ਕਿ ਮੈਂ ਕਮਲ ਨੂੰ ਹੀ ਦੇਖ ਰਹੀ ਹਾਂ ਕਿਉਂਕਿ ਉਹ ਬਿਲਕੁਲ ਕਮਲ ਵਰਗਾ ਸੀ। ਮੈਂ ਖੁਸ਼ੀ-ਖੁਸ਼ੀ ਬੱਚੇ ਦੀ ਦੇਖਭਾਲ ਕਰਨ ਲੱਗੀ। ਮੈਂ ਆਪਣੇ ਕਾਰੋਬਾਰ ਤੋਂ ਦੂਰੀ ਬਣਾ ਲਈ ਸੀ। ਹੁਣ ਸਭ ਕੁਝ ਕਮਲ ਦੇ ਹੱਥ ਵਿੱਚ ਸੀ। ਉਹ ਮੈਨੂੰ ਬੱਚੇ ਦੇ ਨਾਲ ਬਿਜੀ ਦੇਖ ਕੇ ਆਪਣੀ ਭੈਣ ਦੇ ਕੋਲ ਜਾ ਕੇ ਬਹਿ ਜਾਂਦਾ। ਉਸ ਦੀ ਭੈਣ ਵੀ ਉਸ ਦੇ ਨਾਲ ਵਕਤ ਗੁਜ਼ਾਰਦੀ ਕਿਉਂਕਿ ਮੈਨੂੰ ਬੱਚਾ ਮਿਲ ਗਿਆ ਸੀ। ਮੈਨੂੰ ਉਹਨਾਂ ਦੋਨਾਂ ਦਾ ਵਕਤ ਗੁਜ਼ਾਰਨਾ ਬੁਰਾ ਨਹੀਂ ਲੱਗਦਾ ਸੀ। ਹੁਣ ਜਦੋਂ ਰਾਤ ਨੂੰ ਬੱਚਾ ਰੋਣ ਲੱਗਦਾ ਤਾਂ ਕਮਲ ਉੱਠ ਕੇ ਆਪਣੀ ਭੈਣ ਦੇ ਕਮਰੇ ਵਿੱਚ ਚਲਿਆ ਜਾਂਦਾ ਤੇ ਉੱਥੇ ਹੀ ਸੌ ਜਾਂਦਾ। ਹੁਣ ਮੈਨੂੰ ਕਮਲ ਨਾਲ ਇੰਨਾ ਲਗਾਵ ਨਹੀਂ ਸੀ ਜਿੰਨਾ ਉਸ ਬੱਚੇ ਨਾਲ ਹੋ ਗਿਆ। ਬੱਚੇ ਨੂੰ ਪਾਲਦੇ ਮੈਨੂੰ 3-4 ਮਹੀਨੇ ਹੋ ਗਏ। ਜਿਵੇਂ ਬੱਚਾ ਵੱਡਾ ਹੁੰਦਾ ਜਾ ਰਿਹਾ ਸੀ ਮੈਂ ਬੱਚੇ ਵਿੱਚ ਬਹੁਤ ਹੀ ਵਿਅਸਤ ਹੁੰਦੀ ਜਾ ਰਹੀ ਸੀ। ਮੈਂ ਕਮਲ ਨੂੰ ਵਕਤ ਨਹੀਂ ਦੇ ਪਾਉਂਦੀ ਤੇ ਉਹ ਵੀ ਮੇਰੇ ਤੋਂ ਕੋਈ ਸ਼ਿਕਾਇਤ ਨਹੀਂ ਕਰਦਾ ਸੀ। ਕਮਲ ਦਫ਼ਤਰ ਤੋਂ ਆਉਂਦਾ ਤਾਂ ਆਪਣੀ ਭੈਣ ਦੇ ਕੋਲ ਹੀ ਬੈਠ ਜਾਂਦਾ। ਮੈਂ ਆਪਣੇ ਵਕੀਲ ਨੂੰ ਕਹਿ ਕੇ ਕਾਨੂੰਨੀ ਕਾਗਜ਼ਾਤ ਵੀ ਬਣਾ ਲਏ ਸੀ ਜਿਸ ਨਾਲ ਮੈਂ ਬੱਚੇ ਨੂੰ ਕਾਨੂੰਨੀ ਤੌਰ ਤੇ ਵੀ ਗੋਦ ਲੈ ਲਿਆ ਸੀ। ਹੁਣ ਕਮਲ ਦੀ ਭੈਣ ਮੇਰੇ ਤੋਂ ਇਹ ਬੱਚਾ ਵਾਪਸ ਨਹੀਂ ਲੈ ਸਕਦੀ ਸੀ। ਮੈਂ ਉਸ ਦੀ ਭੈਣ ਤੋਂ ਬਹਾਨਾ ਬਣਾ ਕੇ ਦਸਤਖਤ ਕਰਵਾ ਲਏ ਸੀ ਕਿ ਮੈਂ ਉਸ ਦੇ ਬੱਚੇ ਲਈ ਪ੍ਰਾਪਰਟੀ ਖਰੀਦ ਰਹੀ ਹਾਂ। ਮੇਰੇ ਮੂੰਹੋਂ ਇਹ ਸੁਣ ਕੇ ਕਮਲ ਦੀ ਭੈਣ ਬਹੁਤ ਖੁਸ਼ ਹੋਈ ਤੇ ਉਸ ਨੇ ਬਿਨਾਂ ਕਾਗਜ਼ਾਤ ਪੜ੍ਹੇ ਹੀ ਦਸਤਖਤ ਕਰ ਦਿੱਤੇ। ਹੁਣ ਇਹ ਬੱਚਾ ਕਾਨੂੰਨੀ ਤੌਰ ਤੇ ਮੇਰਾ ਹੋ ਗਿਆ ਸੀ। ਇੱਕ ਦਿਨ ਬੱਚੇ ਨੂੰ ਨਹਾਉਣ ਸਮੇਂ ਮੇਰੀ ਉਸ ਦੀ ਪਿੱਠ ਤੇ ਨਿਗਾਹ ਪਈ। ਮੈਂ ਦੇਖਿਆ ਕਿ ਉਸ ਦੀ ਪਿੱਠ ਤੇ ਇਹੋ ਜਿਹਾ ਨਿਸ਼ਾਨ ਹੈ ਜਿਹੋ ਜਿਹਾ ਨਿਸ਼ਾਨ ਕਮਲ ਦੀ ਪਿੱਠ ਤੇ ਸੀ। ਇਹ ਦੇਖ ਕੇ ਮੈਂ ਥੋੜਾ ਹੈਰਾਨ ਤਾਂ ਹੋਈ ਪਰ ਮੈਂ ਅਣਗੌਲਿਆ ਕਰ ਦਿੱਤਾ। ਫਿਰ ਇੱਕ ਦਿਨ ਮੈਂ ਕਿਚਨ ਵਿੱਚੋਂ ਆ ਰਹੀ ਸੀ ਤਾਂ ਮੈਂ ਕਮਲ ਦੀ ਭੈਣ ਦੇ ਕਮਰੇ ਵਿੱਚੋਂ ਹੱਸਦਿਆਂ ਹੋਇਆਂ ਦੀ ਆਵਾਜ਼ ਸੁਣੀ। ਇਹ ਦੇਖ ਕੇ ਮੈਂ ਥੋੜਾ ਰੁਕ ਗਈ। ਜਦੋਂ ਗੱਲਾਂ ਸੁਣੀਆਂ ਉਹ ਗੱਲਾਂ ਸੁਣ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਅਸਲ ਵਿੱਚ ਕਮਰੇ ਦਾ ਦਰਵਾਜ਼ਾ ਪੂਰੀ ਤਰ੍ਹਾਂ ਬੰਦ ਨਹੀਂ ਸੀ। ਕਮਲ ਦੀ ਭੈਣ ਕਹਿ ਰਹੀ ਸੀ ਕਿ ਪਹਿਲਾ ਦਰਵਾਜ਼ਾ ਤਾਂ ਲੌਕ ਕਰ ਲਓ ਕਿਤੇ ਤੇਰੀ ਦੂਜੀ ਘਰਵਾਲੀ ਨਾ ਦੇਖ ਲਵੇ। ਕਮਲ ਨੇ ਕਿਹਾ ਉਸ ਬੇਵਕੂਫ ਨੂੰ ਇੰਨੀ ਫੁਰਸਤ ਕਿੱਥੇ। ਉਹ ਤਾਂ ਆਪਣਾ ਬੱਚਾ ਲੈ ਕੇ ਦਿਨ ਰਾਤ ਉਸ ਦੇ ਵਿੱਚ ਹੀ ਲੱਗੀ ਰਹਿੰਦੀ ਆ। ਮੈਂ ਤੇਰੀ ਮੁਹੱਬਤ ਵਿੱਚ ਇੰਨਾ ਸੱਚਾ ਹਾਂ ਕਿ ਮੈਂ ਉਸ ਤਰਫ ਦੇਖਦਾ ਵੀ ਨਹੀਂ। ਦੇਖ ਮੈਂ ਕਿਸ ਤਰ੍ਹਾਂ ਦੁਨੀਆ ਦੀਆਂ ਸਾਰੀਆਂ ਖੁਸ਼ੀਆਂ ਤੇਰੇ ਕਦਮਾਂ ਵਿੱਚ ਰੱਖ ਦਿੱਤੀਆਂ। ਕਿਵੇਂ ਤੂੰ ਛੋਟੀਆਂ ਚੀਜ਼ਾਂ ਨੂੰ ਤਰਸਦੀ ਰਹਿੰਦੀ ਸੀ। ਹੁਣ ਦੇਖ ਇੰਨੇ ਵੱਡੇ ਬੰਗਲੇ ਵਿੱਚ ਕਿਵੇਂ ਸ਼ਾਨ ਨਾਲ ਰਹਿੰਦੀਆਂ। ਆਪਣਾ ਬੱਚਾ ਵੀ ਵਧੀਆ ਜ਼ਿੰਦਗੀ ਜੀ ਰਿਹਾ
ਤੈਨੂੰ ਸੰਭਾਲਣਾ ਵੀ ਨਹੀਂ ਪੈਂਦਾ, ਫ੍ਰੀ ਵਿੱਚ ਕੰਮ ਵਾਲੀ ਮਿਲੀ ਹੋਈ ਆ। ਤੂੰ ਐਵੇਂ ਹੀ ਮੈਨੂੰ ਉਹਦੇ ਨਾਲ ਵਿਆਹ ਕਰਨ ਤੋਂ ਰੋਕ ਰਹੀ ਸੀ। ਮੈਂ ਕਿਹਾ ਸੀ ਉਹ ਅਨਾਥ ਇਸ ਦਾ ਦੁਨੀਆ ਵਿੱਚ ਕੋਈ ਨਹੀਂ, ਉਹ ਮੁਹੱਬਤ ਦੀ ਭਿਖਾਰਨ ਆ। ਮੈਂ ਥੋੜਾ ਜਿਹਾ ਉਸ ਦਾ ਸਾਥ ਦਿੱਤਾ ਤੇ ਉਸਨੇ ਸਾਰਾ ਕਾਰੋਬਾਰ ਮੇਰੇ ਹਵਾਲੇ ਕਰ ਦਿੱਤਾ। ਤੇਰਾ ਪਤੀ ਬੌਸ ਆ ਬੌਸ, ਸਾਰੇ ਮੇਰੇ ਅੱਗੇ ਪਿੱਛੇ ਘੁੰਮਦੇ ਆ ਤੇ ਉਹ ਔਰਤ ਤਾਂ ਮੇਰੀ ਮਰਦਾਨਗੀ ਦੇ ਬਗੈਰ ਮੈਨੂੰ ਚਿਪਕੀ ਰਹਿੰਦੀ ਏ। ਅੱਜ ਕਮਲ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਸੀ ਜੋ ਸਾਡੇ ਰਿਸ਼ਤੇ ਨੂੰ ਖਤਮ ਕਰਨ ਲਈ ਕਾਫੀ ਸੀ। ਮੇਰੀਆਂ ਅੱਖਾਂ ਵਿੱਚ ਹੰਝੂ ਵਹਿ ਤੁਰੇ। ਮੈਂ ਚੁੱਪਚਾਪ ਆਪਣੇ ਕਮਰੇ ਵਿੱਚ ਆ ਗਈ। ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ। ਮੈਂ ਠਾਣ ਲਿਆ ਸੀ ਕਿ ਇੰਨੀ ਆਸਾਨੀ ਨਾਲ ਮੈਂ ਇਹਨਾਂ ਨੂੰ ਮਾਫ ਨਹੀਂ ਕਰੂੰਗੀ। ਮੈਨੂੰ ਸਵੇਰ ਦਾ ਇੰਤਜ਼ਾਰ ਸੀ। ਸਵੇਰ ਹੁੰਦੇ ਹੀ ਕਮਲ ਨੂੰ ਮੈਂ ਕਿਹਾ ਕਿ ਮੈਂ ਵੀ ਅੱਜ ਤੇਰੇ ਨਾਲ ਦਫ਼ਤਰ ਜਾਵਾਂਗੀ। ਇਹ ਸੁਣ ਕੇ ਕਮਲ ਚੌਂਕ ਗਿਆ, ਪਰ ਮੈਂ ਉਸ ਨੂੰ ਜ਼ਾਹਿਰ ਨਹੀਂ ਹੋਣ ਦਿੱਤਾ। ਮੈਂ ਉਸ ਨੂੰ ਕਿਹਾ ਵਕੀਲ ਸਾਹਿਬ ਬਹੁਤ ਵਧੀਆ ਜ਼ਮੀਨ ਬਹੁਤ ਸਸਤੇ ਰੇਟ ਤੇ ਆਪਾਂ ਨੂੰ ਦਿਵਾ ਰਹੇ ਆ, ਜਿੱਥੇ ਆਪਾਂ ਨਵੀਂ ਫੈਕਟਰੀ ਲਾਵਾਂਗੇ। ਇਹ ਸੁਣ ਕੇ ਕਮਲ ਖੁਸ਼ ਹੋ ਗਿਆ। ਮੈਂ ਵਕੀਲ ਸਾਹਿਬ ਨੂੰ ਪਹਿਲਾਂ ਹੀ ਜ਼ਰੂਰੀ ਕਾਗਜ਼ਾਤ ਬਣਾਉਣ ਨੂੰ ਕਹਿ ਚੁੱਕੀ ਸੀ। ਵਕੀਲ ਸਾਹਿਬ ਦੁਪਹਿਰੇ ਦਫ਼ਤਰ ਆਏ ਤੇ ਮੈਂ ਉਹ ਸਾਰੇ ਕਾਗਜ਼ਾਤ ਕਮਲ ਦੇ ਸਾਹਮਣੇ ਰੱਖ ਦਿੱਤੇ ਤੇ ਕਿਹਾ ਇਹਨਾਂ ਤੇ ਦਸਤਖਤ ਕਰ ਦੇ। ਕਮਲ ਪਹਿਲਾਂ ਤਾਂ ਹੈਰਾਨ ਜਿਹਾ ਹੋਇਆ, ਪਰ ਮੈਂ ਉਸ ਨੂੰ ਕਿਹਾ ਜ਼ਮੀਨ ਤੇਰੇ ਨਾਂ ਤੇ ਖਰੀਦ ਰਹੇ ਹਾਂ। ਉਹ ਖੁਸ਼ੀ ਵਿੱਚ ਇੰਨਾ ਅੰਨਾ ਹੋਇਆ ਪਿਆ ਸੀ ਕਿ ਬਿਨਾਂ ਪੜ੍ਹੇ ਦਸਤਖਤ ਕਰ ਦਿੱਤੇ। ਮੈਂ ਘਰ ਵਾਪਸ ਆ ਕੇ ਕਮਲ ਦੀ ਪਤਨੀ ਤੋਂ ਆਪਣਾ ਬੱਚਾ ਵਾਪਸ ਲੈ ਲਿਆ ਤੇ ਕਮਰੇ ਵਿੱਚ ਆ ਗਈ। ਅੱਜ ਰਾਤ ਫਿਰ ਮੈਂ ਉਹਨਾਂ ਦੋਨਾਂ ਨੂੰ ਦਰਵਾਜ਼ੇ ਦੇ ਬਾਹਰ ਖੜ ਕੇ ਦੇਖਿਆ। ਦਰਵਾਜ਼ਾ ਅੱਜ ਵੀ ਬੰਦ ਨਹੀਂ ਸੀ। ਅੱਜ ਦਾ ਕਮਰੇ ਵਿੱਚ ਪਾਰਟੀ ਹੋ ਰਹੀ ਸੀ। ਨਵੀਂ ਜ਼ਮੀਨ ਜੋ ਖਰੀਦੀ ਸੀ। ਮੈਂ ਦਰਵਾਜ਼ਾ ਖੋਲ੍ਹਿਆ ਤੇ ਅੰਦਰ ਵੜ ਕੇ ਉਹਦੇ 3-4 ਚਪੇੜਾਂ ਦੀ ਬਾਰਿਸ਼ ਕਰ ਦਿੱਤੀ ਤੇ ਆਪਣੇ ਹੱਥ ਵਿੱਚ ਫੜੇ ਹੋਏ ਸਾਰੇ ਕਾਗਜ਼ਾਤ ਉਸਦੇ ਮੂੰਹ ਤੇ ਮਾਰੇ। ਮੈਂ ਨਾ ਸਿਰਫ ਉਸ ਤੋਂ ਸਾਰੀ ਜ਼ਮੀਨ ਜਾਇਦਾਦ ਵਾਪਸ ਲੈ ਲਈ ਸੀ, ਬਲਕਿ ਉਸ ਨੂੰ ਤਲਾਕ ਵੀ ਦੇ ਦਿੱਤਾ ਸੀ। ਮੇਰਾ ਉਸ ਦੇ ਨਾਲ ਕੋਈ ਵਾਸਤਾ ਨਹੀਂ ਸੀ। ਮੈਂ ਤੁਰੰਤ ਉਹਨਾਂ ਦੋਨਾਂ ਨੂੰ ਘਰ ਵਿੱਚੋਂ ਨਿਕਲਣ ਲਈ ਕਿਹਾ। ਕਮਲ ਮੈਨੂੰ ਝੂਠੀ ਮੁਹੱਬਤ ਦੀਆਂ ਕਸਮਾਂ ਦੇਣ ਲੱਗਿਆ। ਮੈਂ ਉਸ ਦੇ 2 ਥੱਪੜ ਹੋਰ ਮਾਰੇ ਤੇ ਜਾਂਦੀ ਹੋਈ ਉਸ ਦੀ ਪਤਨੀ ਮੇਰੇ ਕੋਲ ਬੱਚਾ ਲੈਣ ਆਈ ਤੇ ਮੈਂ ਉਸ ਨੂੰ ਕਿਹਾ ਕਿ ਉਸ ਦਾ ਇਸ ਬੱਚੇ ਤੇ ਕੋਈ ਹੱਕ ਨਹੀਂ ਹੈ। ਉਹ ਮੇਰੇ ਪੈਰਾਂ ਉੱਤੇ ਡਿੱਗ ਗਈ ਤੇ ਮੈਨੂੰ ਉਸ ਤੇ ਰਹਿਮ ਨਹੀਂ ਆਇਆ। ਉਹ ਦੋਨੋਂ ਖਾਲੀ ਹੱਥ ਮੇਰੇ ਘਰੋਂ ਨਿਕਲ ਗਏ। ਮੈਂ ਆਪਣਾ ਬੱਚਾ ਆਪਣੀ ਗੋਦੀ ਵਿੱਚ ਬਿਠਾਇਆ ਤੇ ਆਪਣੇ ਸੀਨੇ ਨਾਲ ਲਾ ਲਿਆ। ਬੱਚਾ ਮੈਨੂੰ ਦੇਖ ਕੇ ਮੁਸਕਰਾਇਆ। ਉਹ ਦੋਨਾਂ ਨੇ ਲਾਲਚ ਵਿੱਚ ਆ ਕੇ ਆਪਣਾ ਬੱਚਾ ਵੀ ਗਵਾ ਲਿਆ। ਸੋ ਦੋਸਤੋ, ਜ਼ਿੰਦਗੀ ਵਿੱਚ ਕਦੇ ਵੀ ਲਾਲਚ ਵਿੱਚ ਆ ਕੇ ਕਿਸੇ ਨਾਲ ਧੋਖਾ ਨਹੀਂ ਕਰਨਾ ਚਾਹੀਦਾ। ਇਹ ਸੀ ਅੱਜ ਦੀ ਕਹਾਣੀ ਕਿਵੇਂ ਦੀ ਲੱਗੀ ਦੱਸਣਾ ਜ਼ਰੂਰ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ। ਹੁਣ ਮਿਲਦੀ ਹਾਂ ਇੱਕ ਨਵੀਂ ਵੀਡੀਓ ਦੇ ਨਾਲ।